ਪਿਆਰੇ ਬੱਚਿਓ, ਅੱਜ ਆਪਾਂ ਭੂਗੋਲ ਦਾ 9ਵੀਂ ਕਲਾਸ ਦਾ ਪਾਠ ਭਾਰਤ ਧਰਾਤਲ ਅਤੇ ਭੂ ਆਕ੍ਰਿਤੀਆਂ ਇਹਦੇ ਵਿੱਚ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੀਆਂ ਖੇਤਰੀ ਭਿੰਨਤਾਵਾਂ ਬਾਰੇ ਪੜ੍ਹਾਂਗੇ। ਇਹ ਅੱਜ ਆਪਣੀ 29 ਅਗਸਤ ਦੀ ਡੇਲੀ ਅਸਾਈਨਮੈਂਟ ਹੈਗੀ ਆ ਸਮਾਜਿਕ ਸਿੱਖਿਆ ਦੀ। ਤਾਂ ਗੰਗਾ ਅਤੇ ਬ੍ਰਹਮਪੁੱਤਰ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੰਗਾ ਦਰਿਆ ਆਪਾਂ ਦੇਖੀਏ ਵੀ ਭਾਰਤ ਦੇ ਨਕਸ਼ੇ ਵਿੱਚ ਕਿੱਥੇ ਆ। ਤੁਸੀਂ ਦੇਖੋ ਭਾਰਤ ਦਾ ਨਕਸ਼ਾ ਇਹ ਇੱਕ ਸੈਟੇਲਾਈਟ ਵਾਲਾ ਨਕਸ਼ਾ ਆ। ਉੱਪਰ ਜਿਹੜਾ ਚਿੱਟਾ ਚਿੱਟਾ ਦਿਖ ਰਿਹਾ ਉਹ ਸਾਰਾ ਹਿਮਾਲਿਆ ਪਰਬਤ ਆ ਅਤੇ ਇਹਦੇ ਵਿੱਚੋਂ ਹੀ ਇਹ ਨਿਕਲਦੀ ਹੈ। ਜਿੱਥੋਂ ਨਿਕਲਦੀ ਉਹਦਾ ਨਾਂ ਹੈ ਗੰਗੋਤਰੀ ਗਲੇਸ਼ੀਅਰ। ਉੱਤਰਾਖੰਡ ਦੇ ਵਿੱਚ ਆ ਭਾਰਤ ਦੇ ਵਿੱਚ, ਔਰ 2704 ਕਿਲੋਮੀਟਰ ਲੰਬੀ ਹੈ ਗੰਗਾ ਨਦੀ। ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਹੈ, ਇਹ ਯਾਦ ਰੱਖਿਓ ਤੁਸੀਂ। ਦੂਸਰੀ ਗੱਲ ਹੈਗੀ ਬ੍ਰਹਮਪੁੱਤਰ ਨਦੀ। ਆਪਾਂ ਗੰਗਾ ਅਤੇ ਬ੍ਰਹਮਪੁੱਤਰ ਦੇ ਮੈਦਾਨਾਂ ਬਾਰੇ ਪੜ੍ਹ ਰਹੇ ਹਾਂ, ਯਾਨੀ ਇਹਨਾਂ ਦਰਿਆਵਾਂ ਦੇ ਕਰਕੇ ਜਿਹੜੇ ਭਾਰਤ ਦੇ ਵਿੱਚ ਮੈਦਾਨ ਬਣੇ ਆ ਉਹਨਾਂ ਦੀ ਗੱਲ ਆਪਾਂ ਕਰਦੇ ਹਾਂ। ਇਸ ਕਰਕੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਬ੍ਰਹਮਪੁੱਤਰ ਅਤੇ ਗੰਗਾ ਦਰਿਆ ਜਿਹੜੇ ਉਹ ਕਿੱਧਰੋਂ ਕਿੱਧਰ ਨੂੰ ਵਗਦੇ ਆ। ਹੁਣ ਤੁਸੀਂ ਦੇਖੋ ਆ ਜਿਹੜੀ ਨੀਲੇ ਰੰਗ ਦੀ ਨਕਸ਼ੇ ਦੇ ਵਿੱਚ ਤੁਹਾਨੂੰ ਲਾਈਨ ਦਿਖ ਰਹੀ ਆ, ਇਹ ਬ੍ਰਹਮਪੁੱਤਰ ਨਦੀ ਆ, ਔਰ ਇਹਦਾ ਬਹੁਤ ਸਾਰਾ ਹਿੱਸਾ ਜਿਹੜਾ ਭਾਰਤ ਦੇ ਵਿੱਚ ਨਹੀਂ ਆਉਂਦਾ। ਇਹ ਅਰੁਣਾਚਲ ਪ੍ਰਦੇਸ਼ ਤੋਂ, ਦੇਖੋ ਬੱਚੋ ਆਹ ਜਗ੍ਹਾ ਹੈਗੀ ਅਰੁਣਾਚਲ ਪ੍ਰਦੇਸ਼ ਦੀ, ਇੱਥੋਂ ਐਂਟਰ ਕਰਦੀ, ਜਦਕਿ ਇਹ ਸ਼ੁਰੂਆਤ ਇਹਦੀ ਇੱਥੇ ਹੁੰਦੀ ਆ। ਇਹ ਜਿਹੜੀ ਜਗ੍ਹਾ ਜਿੱਥੋਂ ਇਹ ਸ਼ੁਰੂਆਤ ਹੈ, ਜਿੱਥੋਂ ਚੱਲਦੀ ਆ, ਉਹ ਤਿੱਬਤ ਦੇਸ਼ ਦੇ ਵਿੱਚ ਹੈ। ਕੈਲਾਸ਼ ਪਰਬਤ ਦੇ ਲਾਗਿਓਂ ਇਹ ਨਿਕਲਦੀ ਆ। ਇਹਦੀ ਟੋਟਲ ਜਿਹੜੀ ਲੰਬਾਈ ਹੈਗੀ ਆ, ਤੁਸੀਂ ਦੇਖੋ 3848 ਕਿਲੋਮੀਟਰ ਆ। ਪਰ 3848 ਕਿਲੋਮੀਟਰ ਲੰਬੀ ਹੋਣ ਦੇ ਬਾਵਜੂਦ ਵੀ ਇਹ ਭਾਰਤ ਦੀ ਸਭ ਤੋਂ ਲੰਬੀ ਨਦੀ ਨਹੀਂ ਹੈਗੀ, ਕਿਉਂਕਿ ਇਹਦਾ ਬਹੁਤ ਸਾਰਾ ਏਰੀਆ ਜਿਹੜਾ ਆ ਉਹ ਭਾਰਤ ਤੋਂ ਬਾਹਰ ਆ। ਇਸ ਜਗ੍ਹਾ ਤੋਂ ਆ ਕੇ ਭਾਰਤ ਵਿੱਚ ਐਂਟਰ ਕਰਦੀ ਹੈ। ਇਹ ਅਰੁਣਾਚਲ ਪ੍ਰਦੇਸ਼ ਦਾ ਏਰੀਆ, ਫਿਰ ਜਾ ਕੇ ਇਹ ਬੰਗਾਲ ਦੀ ਖਾੜੀ ਦੇ ਵਿੱਚ ਖਤਮ ਹੋ ਜਾਂਦੀ ਆ। ਅਤੇ ਅੱਜ ਦੀ ਡੇਲੀ ਰੋਸਟ ਜੋ ਦੱਸਿਆ ਗਿਆ ਸਾਨੂੰ ਉਹ ਕੀ ਆ, ਭਾਬਰ ਇਹ ਮਤਲਬ ਕਿ ਜਿਹੜੇ ਮੈਦਾਨ ਇਹਨਾਂ ਨੇ ਬਣਾਏ ਆ ਗੰਗਾ ਅਤੇ ਬ੍ਰਹਮਪੁੱਤਰ ਨੇ, ਅਸੀਂ ਉਹਨਾਂ ਮੈਦਾਨਾਂ ਦੇ ਬਾਰੇ ਪੜ੍ਹਨਾ ਆ। ਪਹਿਲਾ ਜੀ, ਭਾਬਰ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਇੱਥੇ ਨਦੀਆਂ ਕੰਕਰ ਪੱਥਰ ਜਮ੍ਹਾਂ ਕਰ ਦਿੰਦੀਆਂ ਹਨ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਪੱਥਰਾਂ ਦੀ ਇਹ ਭਰਮਾਰ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੈ। ਤਾਂ ਬੱਚਿਓ, ਭਾਬਰ ਦੇ ਮੈਦਾਨ ਕਿੱਥੇ ਆ? ਸ਼ਿਵਾਲਿਕ ਦੀਆਂ ਪਹਾੜੀਆਂ। ਸ਼ਿਵਾਲਿਕ ਦੀਆਂ ਪਹਾੜੀਆਂ ਜੇ ਆਪਾਂ ਨਕਸ਼ੇ ਦੇਖਾਂਗੇ ਜਾਂ ਉੱਦਾਂ ਦੇਖਾਂਗੇ, ਜਿਹੜਾ ਇਹ ਆਪਣਾ ਚੰਡੀਗੜ੍ਹ ਆ ਉਹਦੇ ਲਾਗੇ ਜਿਹੜੀਆਂ ਪਹਾੜੀਆਂ ਉਹ ਸਾਰੀਆਂ ਸ਼ਿਵਾਲਿਕ ਦੀਆਂ ਪਹਾੜੀਆਂ। ਠੀਕ ਹੈ ਜੀ, ਇੱਥੋਂ ਇਹ ਸਾਰੀਆਂ ਸ਼ਿਵਾਲਿਕ ਦੀਆਂ ਹਿਮਾਲਿਆ ਦੇ ਹੇਠਲੇ ਲੈਵਲ ਦੇ ਉੱਤੇ ਸਾਰਾ ਸਾਨੂੰ ਸ਼ਿਵਾਲਿਕ ਦਾ ਏਰੀਆ ਦਿਖਦਾ ਆ। ਜੇਕਰ ਤੁਸੀਂ ਦੇਖਣਾ ਚਾਹੋ ਤਾਂ ਨਕਸ਼ੇ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਸਕਦਾ ਹੈ। ਹੁਣ ਜਿਹੜੇ ਭਾਬਰ ਦੇ ਮੈਦਾਨ ਉਹ ਕੀ ਆ, ਉਹ ਪੱਥਰਾਂ ਦੇ ਨਾਲ, ਕੰਕਰਾਂ ਦੇ ਨਾਲ ਜਾਂ ਚਟਾਨਾਂ ਦੇ ਟੁਕੜਿਆਂ ਦੇ ਨਾਲ ਬਣੇ ਹੋਏ ਆ, ਕਿਉਂਕਿ ਜਦੋਂ ਪਾਣੀ ਪਹਾੜਾਂ ਤੋਂ ਹੇਠਾਂ ਨੂੰ ਆਉਂਦਾ ਤਾਂ ਆਪਣੇ ਨਾਲ ਕੰਕਰ ਪੱਥਰ ਲੈ ਕੇ ਆਉਂਦਾ, ਉਹ ਇੱਥੇ ਜਮ੍ਹਾਂ ਕਰ ਦਿੰਦਾ। ਇਸ ਕਰਕੇ ਇਹਨਾਂ ਨੂੰ ਭਾਬਰ ਦੇ ਮੈਦਾਨ ਕਿਹਾ ਜਾਂਦਾ ਹੈ। ਇੱਥੇ ਖੇਤੀਬਾੜੀ ਨਹੀਂ ਹੋ ਸਕਦੀ ਕਿਉਂਕਿ ਪੱਥਰ ਜ਼ਿਆਦਾ ਹੁੰਦੇ ਆ। ਅੱਗੇ ਤਰਾਈ ਦੇ ਮੈਦਾਨ। ਇਹ ਭਾਬਰ ਦੇ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ। ਦਲਦਲੀ ਜਿੱਥੇ ਜਿਵੇਂ ਪਾਣੀ ਜਿੱਥੇ ਜਗ੍ਹਾ ਜ਼ਿਆਦਾ ਖੜ੍ਹਾ ਹੁੰਦਾ ਨਾ, ਉੱਥੇ ਸਿੱਲਾ ਜਿਹਾ ਹੋ ਜਾਂਦਾ, ਉਹਨੂੰ ਦਲਦਲ ਕਹਿੰਦੇ ਅਸੀਂ ਨਾ, ਜੋ ਭਾਬਰ ਦੇ ਨਾਲ ਨਾਲ ਚੱਲਦੀ ਹੈ। ਤਾਂ ਤਰਾਈ ਦੇ ਜਿਹੜੇ ਮੈਦਾਨ ਆ ਉਹਦੇ ਵਿੱਚ ਕੀ ਹੁੰਦਾ ਆ, ਆਮ ਤੌਰ 'ਤੇ ਜਿਹੜੀਆਂ ਭਾਬਰ ਖੇਤਰ ਦੇ ਵਿੱਚ ਨਦੀਆਂ ਐਂਟਰ ਕਰਦੀਆਂ ਉਹ ਪੱਥਰਾਂ ਦੇ ਹੇਠਾਂ ਦੀ ਵਗਦੀਆਂ, ਅਤੇ ਇਸ ਜਗ੍ਹਾ 'ਤੇ ਆ ਕੇ ਉਹ ਨਦੀਆਂ ਯਾਨੀ ਤਰਾਈ ਦੇ ਮੈਦਾਨਾਂ ਦੇ ਵਿੱਚ ਆ ਕੇ ਦੁਬਾਰਾ ਪਾਣੀ ਤੋਂ ਧਰਤੀ ਦੇ ਹੇਠਾਂ ਤੋਂ ਬਾਹਰ ਆਉਂਦੀਆਂ। ਇਸ ਕਰਕੇ ਇੱਥੇ ਦਲਦਲ ਜੀ ਜਾਂ ਸੰਘਣੇ ਦਰੱਖਤ ਜਾਂ ਬੂਟੀਆਂ ਝਾੜੀਆਂ ਹੋ ਜਾਂਦੀਆਂ, ਇਹਨਾਂ ਨੂੰ ਤਰਾਈ ਦੇ ਮੈਦਾਨ ਕਹਿੰਦੇ। ਹੁਣ ਤੁਸੀਂ ਦੇਖੋ ਅੱਜ ਦੀ ਡੇਲੀ ਅਸਾਈਨਮੈਂਟ ਦੇ ਵਿੱਚ ਇੱਕ ਫੋਟੋ ਵੀ ਆਈ ਆ, ਦੇਖੋ ਹਿਮਾਲਿਆ ਪਰਬਤ ਬਣੇ ਹੋਏ ਆ, ਭਾਬਰ ਦੇ ਮੈਦਾਨ ਆ ਜਿੱਥੇ ਪੱਥਰ ਜਿਹੇ ਆ, ਅੱਗੇ ਤਰਾਈ ਦੇ ਮੈਦਾਨ ਆ ਜਿੱਥੋਂ ਪੱਥਰਾਂ 'ਚੋਂ ਅੱਗਿਓਂ ਪਾਣੀ ਬਾਹਰ ਨਿਕਲਦਾ, ਮਿੱਟੀ ਦਲਦਲੀ ਹੋ ਜਾਂਦੀ ਹੈ। ਫਿਰ ਅੱਗੇ ਬਾਂਗਰ ਦੇ ਅਤੇ ਖਾਦਰ ਦੇ, ਜਿਨ੍ਹਾਂ ਬਾਰੇ ਆਪਾਂ ਪੜ੍ਹਨਾ ਹੈ ਅੱਗੇ। ਠੀਕ ਹੈ, ਆ ਵਿੱਚ ਨੀਲਾ ਜਿਹੜੇ ਤੁਹਾਨੂੰ ਦਿਖ ਰਿਹਾ ਇਹ ਦਰਿਆ ਵਗ ਰਿਹਾ। ਦਰਿਆ ਦੇ ਬਿਲਕੁਲ ਕੰਢਿਆਂ 'ਤੇ ਜਿਹੜੇ ਮੈਦਾਨ ਆ ਉਹ ਖਾਦਰ ਦੇ ਆ, ਅਤੇ ਉਸ ਤੋਂ ਥੋੜ੍ਹਾ ਜਿਹਾ ਹਟ ਕੇ ਦੂਰ ਜਿਹੜੇ ਆ ਉਹ ਬਾਂਗਰ ਦੇ ਮੈਦਾਨ ਆ।
ਹੁਣ ਬਾਂਗਰ ਦੇ ਮੈਦਾਨਾਂ ਬਾਰੇ ਗੱਲ ਕਰਦੇ ਹਾਂ। ਬਾਂਗਰ ਦੇ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਜਿੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ। ਬਾਂਗਰ ਮਿੱਟੀ ਪੁਰਾਣੀ ਮਿੱਟੀ ਹੁੰਦੀ ਹੈ। ਪੁਰਾਣੀ ਮਿੱਟੀ ਕਿਉਂ ਹੁੰਦੀ? ਕਿਉਂਕਿ ਮਿੱਟੀ ਕਿੱਥੋਂ ਆਉਣੀ ਹੈ? ਮਿੱਟੀ ਧਰਤੀ ਦੇ ਹੇਠਾਂ 'ਚੋਂ ਨਹੀਂ ਨਿਕਲਣੀ। ਮਿੱਟੀ ਉਹ ਆ ਜਿਹੜੀ ਜਦੋਂ ਹੜ੍ਹ ਆਉਂਦੇ ਦਰਿਆਵਾਂ ਦਾ ਪਾਣੀ ਬਾਹਰ ਆਉਂਦਾ ਹੈ ਅਤੇ ਦਰਿਆਵਾਂ ਦੇ ਵਿੱਚ ਜਿਹੜੀ ਮਿੱਟੀ ਪਾਣੀ ਦੇ ਨਾਲ ਆਈ ਹੁੰਦੀ ਉਹ ਮਿੱਟੀ ਵੀ ਬਾਹਰ ਆਉਂਦੀ ਹੈ ਅਤੇ ਬਾਹਰ ਆ ਕੇ ਉਹ ਬਾਹਰਲੇ ਖੇਤਰ ਦੇ ਵਿੱਚ ਫੈਲ ਜਾਂਦੀ ਹੈ ਅਤੇ ਨਵੀਂ ਮਿੱਟੀ ਦੀ ਤਹਿ ਉੱਤੇ ਵਿਛਾ ਦਿੰਦੀ ਆ। ਠੀਕ ਹੈ। ਅਤੇ ਪੁਰਾਣੀ ਮਿੱਟੀ ਕਿਹੜੀ ਹੁੰਦੀ? ਜਿੱਥੇ ਇਹ ਨਵੀਂ ਤਹਿ ਨਹੀਂ ਵਿਛਦੀ, ਯਾਨੀ ਜਿਨ੍ਹਾਂ ਖੇਤਰਾਂ ਵਿੱਚ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ ਉਹਨਾਂ ਖੇਤਰਾਂ ਨੂੰ ਅਸੀਂ ਬਾਂਗਰ ਦੇ ਮੈਦਾਨ ਕਹਿੰਦੇ ਹਾਂ। ਠੀਕ ਹੈ। ਅੱਗੇ ਹੈਗੇ ਖਾਦਰ ਦੇ ਮੈਦਾਨ। ਬੇਟ ਜਾਂ ਖਾਦਰ ਨਵੀਂ ਜਲੋੜੀ ਮਿੱਟੀ ਹੈ ਜੋ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਇਹ ਮਿੱਟੀ ਉਪਜਾਊ ਹੁੰਦੀ ਹੈ। ਹੜ੍ਹ ਮਤਲਬ ਜਦੋਂ ਬਰਸਾਤਾਂ ਵਿੱਚ ਜਾਂ ਦਰਿਆਵਾਂ ਦੇ ਪਾਣੀ ਵਿੱਚ ਦਰਿਆਵਾਂ 'ਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ, ਕੰਢੇ ਟੁੱਟ ਜਾਂਦੇ ਆ, ਪਾਣੀ ਦਰਿਆਵਾਂ ਤੋਂ ਬਾਹਰ ਆ ਕੇ ਖੇਤਾਂ ਘਰਾਂ 'ਚ ਫੈਲ ਜਾਂਦਾ ਹੈ, ਉਹਨਾਂ ਨੂੰ ਆਪਾਂ ਹੜ੍ਹ ਕਹਿੰਦੇ ਹਾਂ। ਅਤੇ ਹੜ੍ਹ ਆਪਣੇ ਨਾਲ ਮਿੱਟੀ ਵੀ ਲੈ ਕੇ ਆਉਂਦਾ। ਮਿੱਟੀ ਦੀ ਨਵੀਂ ਪਰਤ ਜਿੱਥੇ ਵਿਛਾਈ ਜਾਂਦਾ ਉਹਨੂੰ ਅਸੀਂ ਖਾਦਰ ਦੇ ਮੈਦਾਨ ਕਹਿੰਦੇ ਹਾਂ। ਠੀਕ ਹੈ। ਇਹ ਉਪਜਾਊ ਮੈਦਾਨ ਹੁੰਦੇ, ਸਭ ਤੋਂ ਵੱਧ ਉਪਜਾਊ ਇਹ ਮੈਦਾਨ ਹੁੰਦੇ ਆ। ਰੇਹ ਜਾਂ ਕੱਲਰ ਇਹ ਬੰਜਰ ਮੈਦਾਨ ਹੁੰਦੇ ਆ। ਬੰਜਰ ਦਾ ਮਤਲਬ ਜਿੱਥੇ ਕੁਛ ਨਹੀਂ ਹੁੰਦਾ, ਸਿਰਫ ਘਾਹ ਬੂਟੀ ਹੁੰਦੀ ਹੈ, ਕੰਡੀਲੀਆਂ ਝਾੜੀਆਂ ਜਿਹੀਆਂ ਹੁੰਦੀਆਂ ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਮੈਦਾਨ ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਮਿਲਦੇ ਆ। ਅੱਗੇ ਭੂਰ, ਗੰਗਾ ਨਦੀ ਦੇ ਨਾਲ ਲੱਗਦੇ ਉੱਚੇ ਮੈਦਾਨਾਂ ਨੂੰ ਭੂਰ ਕਿਹਾ ਜਾਂਦਾ ਹੈ। ਤਾਂ ਸੋ ਬੱਚਿਓ ਇਹ ਸੀ ਅੱਜ ਆਪਣਾ ਡੇਲੀ ਡੋਜ਼। ਹੁਣ ਉਹਦੇ ਸੰਬੰਧ ਦੇ ਵਿੱਚ ਕੁਛ ਕੁਐਸਚਨ ਹੈਗੇ, ਆਪਸ਼ਨਲ ਕੁਐਸਚਨ ਆ। ਪਹਿਲਾ ਹੈਗਾ, ਇਹ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਇੱਥੇ ਨਦੀਆਂ ਕੰਕਰ ਪੱਥਰ ਜਮ੍ਹਾਂ ਕਰ ਦਿੰਦੀਆਂ ਹਨ। ਇਹ ਕਿਹੜੇ ਮੈਦਾਨ ਆ? ਤਾਂ ਕਿਹੜੇ ਮੈਦਾਨ ਹੈ ਬੱਚਿਓ? ਇਹ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ। ਇਹ ਹੈਗੇ ਆ ਕੰਕਰ ਪੱਥਰ ਵਾਲੇ ਮੈਦਾਨ। ਕਿਹੜੇ ਆ? ਇਹ ਮੈਦਾਨ ਹੈਗੇ ਭਾਬਰ ਦੇ ਮੈਦਾਨ, ਜਿਹੜੇ ਹਿਮਾਲਿਆ ਪਰਬਤ ਦੇ ਨਾਲ ਲੱਗਦੇ ਆ। ਸਾਡਾ ਉੱਤਰ ਵੀ ਦਿੱਤਾ ਹੋਇਆ। ਦੂਸਰਾ ਪ੍ਰਸ਼ਨ ਆ, ਇਹ ਮੈਦਾਨ ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਮਿਲਦੇ ਆ। ਇਹ ਬੰਜਰ ਮੈਦਾਨ ਹਨ। ਇਹਨਾਂ ਮੈਦਾਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਹੁਣੇ ਆਪਾਂ ਪੜ੍ਹਿਆ ਸੀ, ਰੇਹ ਅਤੇ ਕੱਲਰ। ਠੀਕ ਹੈ। ਇਹ ਦੂਸਰੇ ਪ੍ਰਸ਼ਨ ਦਾ ਉੱਤਰ ਆ। ਤੀਸਰਾ ਪ੍ਰਸ਼ਨ ਹੈ, ਇਹ ਭਾਬਰ ਦੇ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ ਜੋ ਭਾਬਰ ਦੇ ਨਾਲ ਨਾਲ ਚੱਲਦੀ ਹੈ। ਇਹ ਕਿਹੜੇ ਮੈਦਾਨ ਆ? ਇਹ ਉਹ ਮੈਦਾਨ ਹੈ ਜਿੱਥੇ ਭਾਬਰ ਦੇ ਪੱਥਰਾਂ ਦੇ ਹੇਠਾਂ ਦੀ ਪਾਣੀ ਨਿਕਲ ਕੇ ਅੱਗੇ ਜਾ ਕੇ ਬਾਹਰ ਨਿਕਲਦਾ ਹੈ, ਮਿੱਟੀ ਦੇ ਵਿੱਚ ਨਿਕਲਦਾ, ਉਹਨੂੰ ਅਸੀਂ ਦਲਦਲੀ ਮੈਦਾਨ ਵੀ ਕਹਿੰਦੇ ਹਾਂ। ਜਿੱਥੇ ਸੰਘਣੇ ਦਰੱਖਤ ਵੀ ਹੋ ਜਾਂਦੇ, ਝਾੜੀਆਂ ਹੋ ਜਾਂਦੀਆਂ, ਇਹ ਹੈਗੇ ਤਰਾਈ ਦੇ ਮੈਦਾਨ। ਸੋ ਬੱਚਿਓ ਲਾਸਟ ਕੁਐਸਚਨ ਹੈ ਸਾਡਾ ਅੱਜ ਦਾ, ਖਾਦਰ ਮੈਦਾਨਾਂ ਵਿੱਚ ਕਿਹੋ ਜਿਹੀ ਮਿੱਟੀ ਮਿਲਦੀ ਹੈ? ਬਹੁਤ ਸੌਖਾ ਆ, ਕਿਉਂਕਿ ਇਹ ਉਹ ਮੈਦਾਨ ਆ ਜੋ ਦਰਿਆਈ ਪਾਣੀਆਂ ਨਾਲ ਬਣੇ ਹੋਏ ਆ। ਨਵੀਂ ਮਿੱਟੀ ਦੀ ਤਹਿ ਹਰ ਸਾਲ ਉੱਪਰ ਵਿਛਦੀ ਆ, ਇਸ ਨਾਲ ਇਹ ਉਪਜਾਊ ਹੋ ਜਾਂਦੇ ਆ। ਤਾਂ ਇਹ ਸਭ ਤੋਂ ਉਪਜਾਊ ਮੈਦਾਨ ਹੈ। ਸਾਰੀ ਖੇਤੀਬਾੜੀ ਜਿਹੜੀ ਆ ਭਾਰਤ ਦੀ, ਜਾਂ ਜਿਹੜੇ ਸਾਡੇ ਉੱਤਰ ਦੇ ਵਿਸ਼ਾਲ ਮੈਦਾਨ ਆ ਜਿਹੜੇ ਉਹ ਗੰਗਾ ਅਤੇ ਬ੍ਰਹਮਪੁੱਤਰ ਅਤੇ ਹੋਰ ਨਦੀਆਂ ਨੇ ਬਣਾਏ ਆ, ਉਹ ਸਾਰੇ ਜਿਹੜੇ ਆ ਉਹਦੇ ਵਿੱਚ ਕਾਫੀ ਜਿਹੜਾ ਹਿੱਸਾ ਆ, ਕਿਉਂਕਿ ਇੱਥੇ ਫਸਲ ਬਹੁਤ ਹੁੰਦੀ ਆ ਔਰ ਇਹ ਫਸਲ ਜ਼ਿਆਦਾ ਹੋਣ ਦਾ ਕਾਰਨ ਇਹ ਸਾਡੇ ਇਹੀ ਉਪਜਾਊ ਮੈਦਾਨ ਹਨ। ਸੋ ਬੱਚਿਓ ਅੱਜ ਦੀ ਡੇਲੀ ਡੋਜ਼ ਸੀ, ਕਾਪੀ 'ਤੇ ਤੁਸੀਂ ਨੋਟ ਕਰ ਲਿਓ। ਧੰਨਵਾਦ।